सतनाम श्री वाहेगुरु साहब जीओ। साचा साहिब साच नाए, भाखिया भाओ अपार। अख है मंगह देह देह, दात करे दातार। साचा साहिब साच नाए, भाखिया भाओ अपार। अख है मंगह देह देह, दात करे दातार। फेर के अग्गे रखिए, जित दिसै दरबार। मोह के बोलन बोलिए, जित सुन धरे प्यार। अमृत वेला सच नाओ, वड्याई विचार। करमी आवे कपड़ा, नदरी मोख द्वार। नानक एवै जानिए, सब आपे सचियार। करमी आवे कपड़ा, नदरी मोख द्वार। नानक एवै जानिए, सब आपे सचियार। साचा साहिब साच नाए, भाखिया भाओ अपार। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई गुरु खालसा साध संगत जीओ। आप संगतां वडभागी हो, जिन्हां नूं आदि श्री गुरु ग्रंथ साहिब जी दी लड़ीवार कथा सरवण करन दा सुभाग प्राप्त हो रहा है। साहिब श्री गुरु ग्रंथ साहिब जी दे आरंभ दे विच जपजी साहिब बाणी लिखी हुई है। ये पवित्र बाणी जाहर पीर जगत गुर बाबा धन गुरु नानक देव महाराज सच्चे पातशाह की उचारण की हुई बाणी है। इस पवित्र बाणी दे अंदर धन गुरु नानक देव महाराज सच्चे पातशाह ने उस अकाल पुरख वाहिगुरु की महिमा अते उसदे नाल नाल उसदी प्राप्ति दे साधन अते इस दे नाल नाल ये भी सानू दर्शाया है। हुक्म अंदर सब को, बाहर हुक्म न कोई। नानक हुक्म जे बुझै, तां हउमै कह न कोई। सब कुछ उस अकाल पुरख वाहिगुरु दे हुक्म दे विच हो रहा है। ਅਤੇ ਨਾਲ ही साहिब सतगुरु सच्चे पातशाह ने तीसरी पौड़ी ਦੇ अंदर ਜਿਵੇਂ ਜਿਵੇਂ ऋषि मुनि होर विद्वान पुरख अकाल पुरख वाहिगुरु ਦੇ गुण ਗਾਉਂਦੇ ਹਨ, ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਨਾਲ ਇਹ ਵੀ ਗੱਲ ਸਮਝਾ ਦਿੱਤੀ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜਿੰਨਾ ਮਰਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਅਸੀਂ
ਪ੍ਰਚਾਰ ਕਰ ਲਈਏ, ਵਿਆਖਿਆ ਕਰ ਲਈਏ, ਕਥਾ ਵਾਰਤਾ ਵੀ ਕਰ ਲਈਏ, ਪਰ ਕਹਿਣ ਦੇ ਨਾਲ ਕਦੇ ਟੋਟਾ ਆਉਂਦਾ ਹੀ ਨਹੀਂ ਹੈ। ਇਹ ਨਹੀਂ ਅਸੀਂ ਪਹਿਲੀ ਵਾਰ ਯਤਨ ਕਰ ਰਹੇ ਹਾਂ। ਜੁਗਾਂ ਜੁਗੰਤਰਾਂ ਤੋਂ ਕਰੋੜਾਂ ਹੀ ਵਿਦਵਾਨਾਂ ਨੇ ਪਹਿਲਾਂ ਕਥਨ ਕਰਨ ਦਾ ਯਤਨ ਕੀਤਾ, ਹੁਣ ਵੀ ਕਰ ਰਹੇ ਹਨ। ਅੱਗੇ ਲਈ ਵੀ ਕਰੋੜਾਂ ਹੀ ਦਾਨਿਆਂ ਨੇ ਉਸ ਵਾਹਿਗੁਰੂ ਦੇ ਬਾਰੇ ਬਹੁਤ ਕੁਝ ਕਹਿਣ ਦਾ ਯਤਨ ਕਰਨਾ ਹੈ, ਪਰ ਹਜ਼ੂਰ ਕਹਿੰਦੇ ਨਾ ਆਵੈ ਟੋਟ। ਉਸ ਵਾਹਿਗੁਰੂ ਦੀ ਮਹਿਮਾ ਦੀ ਕਦੇ ਟੋਟ ਆਉਂਦੀ ਹੀ ਨਹੀਂ ਹੈ। ਵਾਹਿਗੁਰੂ ਦੇ ਦਾਤਾਰਗੀ ਦੇ ਗੁਣ ਨੂੰ ਵੀ ਗੁਰੂ ਮਹਾਰਾਜ ਨੇ ਬਿਆਨ ਕੀਤਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਜੁਗੰਤਰਾਂ ਤੋਂ ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜ਼ਕ ਦਿੰਦਾ ਆ ਰਿਹਾ ਹੈ। ਲੈਣ ਵਾਲੇ ਲੈ ਲੈ ਕੇ ਖਾਈ ਜਾਂਦੇ ਹਨ, ਪਰ ਦੇਣ ਵਾਲਾ ਦਾਤਾ ਫਿਰ ਵੀ ਦੇ ਹੀ ਦੇਈ ਜਾਂਦਾ ਹੈ। ਆਖਰਕਾਰ ਲੈਣ ਵਾਲੇ ਥੱਕ ਜਾਂਦੇ ਹਨ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪੈ ਨੰਦਿਆਂ ਸਭ ਅੰਗ। ਖਾਂਦਿਆਂ ਖਾਂਦਿਆਂ ਦੰਦ ਵੀ ਜਵਾਬ ਦੇ ਜਾਂਦੇ ਹਨ, ਅਤੇ ਇਸੇ ਤਰ੍ਹਾਂ ਪਹਿਨਦਿਆਂ ਸਰੀਰ ਦੇ ਅੰਗ ਵੀ ਸਿਥਲ ਹੋ ਜਾਂਦੇ ਹਨ। ਸਰੀਰ ਵੀ ਕਮਜ਼ੋਰ ਤੇ ਨਿਰਬਲ ਹੋ ਜਾਂਦਾ ਹੈ। ਲੈਣ ਵਾਲੇ ਥੱਕ ਜਾਂਦੇ ਨੇ, ਪਰ ਦੇਣ ਵਾਲਾ ਦਾਤਾ ਕਦੀ ਵੀ ਥੱਕਦਾ ਨਹੀਂ ਹੈ। ਤੇ ਫਿਰ ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਦੁਆਰਾ ਸਭ ਨੂੰ ਵੱਖੋ ਵੱਖਰੇ ਰਾਹਾਂ ਤੇ ਤੋਰ ਰਿਹਾ ਹੈ, ਤੇ ਫਿਰ ਵੇਖ ਵੇਖ ਕੇ ਸਾਰਿਆਂ ਨੂੰ ਪ੍ਰਸੰਨ ਹੋ ਰਿਹਾ ਹੈ। ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਦੱਸੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਉਹਦਾ ਨਾਮ ਕਿਹੋ ਜਿਹਾ ਹੈ, ਉਹਦੀ ਬੋਲੀ, ਉਹਦੀ ਭਾਸ਼ਾ ਕਿਹੋ ਜਿਹੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੌਥੀ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਇਹਨਾਂ ਪੱਖਾਂ ਤੇ ਅਤੇ ਕਈ ਹੋਰ ਵੀ ਪੱਖਾਂ ਤੋਂ ਬੜੀ ਸੁੰਦਰ ਵਿਚਾਰ ਪ੍ਰਗਟਾਈ ਹੈ। ਲਓ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਚੌਥੀ ਪੌੜੀ ਦੀ ਵਿਚਾਰ ਸਰਵਣ ਕਰੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਸਾਚਾ ਸਾਹਿਬ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਮਾਲਕ ਹੈ। ਮਾਲਕ ਤਾਂ ਹੋਰ ਵੀ ਬੜੇ ਦੁਨੀਆ ਦੇ ਵਿੱਚ ਬਣੇ, ਪਰ ਉਹਨਾਂ ਦੀ ਮਾਲਕੀ ਥੋੜ੍ਹੇ ਦਿਨ ਹੀ ਚੱਲੀ। ਉਸ ਅਕਾਲ ਪੁਰਖ ਵਾਹਿਗੁਰੂ ਦੀ ਪਾਤਸ਼ਾਹੀ ਹਮੇਸ਼ਾ ਲਈ ਰਹਿਣ ਵਾਲੀ ਹੈ। ਹਜ਼ੂਰ ਕਹਿੰਦੇ ਸਾਚਾ ਸਾਹਿਬ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ, ਸੱਚਾ ਪਾਤਸ਼ਾਹ ਹੈ। ਇਸੇ ਲਈ ਹੋਰ ਥਾਂ ਤੇ ਗੁਰਬਾਣੀ ਵਿੱਚ ਲਿਖਿਆ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ
ਝੂਠੇ ਕਰਤ ਦਿਵਾਜਾ। ਜਪਜੀ ਸਾਹਿਬ ਬਾਣੀ ਦੇ ਅੰਦਰ ਹੀ ਸੋਦਰ ਦੀ ਪੌੜੀ ਦੇ ਅਖੀਰ ਤੇ ਵੀ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਿਆਂ ਹੋਇਆਂ ਇਹ ਸ਼ਬਦ ਆਖੇ ਹਨ, ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਔਰ ਉਹ ਸੱਚਾ ਪਾਤਸ਼ਾਹ ਹੈ, ਸਾਚ ਨਾਏ। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਸੱਚਾ ਹੈ, ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਵਜੂਦ ਵੀ ਸੱਚਾ ਹੈ, ਜਿਸ ਦੀ ਬਾਬਤ ਪਿੱਛੇ ਹਜ਼ੂਰ ਨੇ ਆਖਿਆ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ ਤੇ ਫਿਰ ਉਹਦਾ ਨਾਮ ਵੀ ਤੇ ਸੱਚਾ ਹੀ ਹੋਣਾ। ਜਿਸ ਦਾ ਆਪਣਾ ਵਜੂਦ ਸੱਚਾ ਨਹੀਂ, ਉਹਦਾ ਨਾਮ ਵੀ ਕਦੀ ਸੱਚਾ ਨਹੀਂ ਹੋ ਸਕਦਾ। ਦੁਨੀਆ ਦੀ ਹਰ ਚੀਜ਼ ਨਾਸਵੰਤ ਹੈ, ਇਸੇ ਲਈ ਉਹਨਾਂ ਦੇ ਨਾਮ ਵੀ ਥੋੜ੍ਹੀ ਦੇਰ ਹੀ ਯਾਦ ਰਹਿੰਦੇ ਨੇ। ਹੁਣ ਜਦੋਂ ਅਸੀਂ ਆਪਣੀ ਪੀੜ੍ਹੀ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਕਿਸੇ ਵਿਰਲੇ ਨੂੰ ਹੀ ਦਾਦੇ ਪੜਦਾਦੇ ਤੋਂ ਗਾਂਹ ਆਪਣੇ ਬਜ਼ੁਰਗਾਂ ਦੇ ਨਾਮ ਦਾ ਪਤਾ ਹੋਵੇਗਾ, ਨਹੀਂ ਤੇ 2-3 ਪੀੜ੍ਹੀਆਂ ਤੋਂ ਬਾਅਦ ਅਸੀਂ ਭੁੱਲ ਹੀ ਜਾਂਦੇ ਹਾਂ। ਹਜ਼ੂਰ ਕਹਿੰਦੇ ਸਾਚਾ ਸਾਹਿਬ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ, ਸੱਚਾ ਮਾਲਕ, ਸੱਚਾ ਪਾਤਸ਼ਾਹ ਹੈ, ਸਾਚ ਨਾਏ। ਉਹਦਾ ਭਾਈ ਨਾਮ ਵੀ ਸੱਚਾ ਹੈ। ਭਾਖਿਆ ਪਾਓ ਅਪਾਰ। ਹਜ਼ੂਰ ਕਹਿੰਦੇ ਨੇ ਜਿਵੇਂ ਪਾਤਸ਼ਾਹਾਂ ਦੀ, ਸਰਕਾਰਾਂ ਦੀ ਆਪਣੀ ਇੱਕ ਭਾਸ਼ਾ ਵੀ ਹੁੰਦੀ ਹੈ, ਇੱਕ ਬੋਲੀ ਵੀ ਹੁੰਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਉਹਦਾ ਨਾਮ ਵੀ ਸੱਚਾ ਹੈ, ਪਰ ਉਹਦੀ ਬੋਲੀ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ ਭਾਖਿਆ ਪਾਓ ਅਪਾਰ। ਪਾਓ ਦਾ ਅਰਥ ਹੈ ਪ੍ਰੇਮ। ਪ੍ਰੇਮ ਦੀ ਭਾਖਿਆ ਦਾ ਅਰਥ ਹੈ ਬੋਲੀ। ਅਪਾਰ ਉਸ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਭਾਸ਼ਾ, ਆਪਣੀ ਬੋਲੀ ਪ੍ਰੇਮ ਹੈ। ਇਹਦਾ ਮਤਲਬ ਇਹ ਹੈ, ਤੁਸੀਂ ਪ੍ਰੇਮ ਦੇ ਨਾਲ ਕਿਸੇ ਵੀ ਨਾਮ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁਕਾਰੋ, ਉਹ ਤੁਹਾਨੂੰ ਪਿਆਰ ਕਰੇਗਾ। ਮੁਸਲਮਾਨ ਲੋਕ ਉਸ ਨੂੰ ਅੱਲਾ ਖੁਦਾ ਦੇ ਨਾਮ ਨਾਲ ਯਾਦ ਕਰਦੇ ਹਨ। ਹਿੰਦੂ ਰਾਮ ਰਾਮ ਸ਼ਬਦ ਦੁਆਰਾ ਉਸ ਨੂੰ ਸੰਬੋਧਨ ਕਰਦੇ ਹਨ। ਅਸੀਂ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਨਾਮ ਦੁਆਰਾ ਉਸ ਨੂੰ ਯਾਦ ਕਰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ ਭਾਖਿਆ ਪਾਓ ਅਪਾਰ। ਪ੍ਰੇਮ ਦੀ ਬੋਲੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬਹੁਤੀ ਪਿਆਰੀ ਲੱਗਦੀ ਹੈ। ਅਪਾਰ ਦਾ ਅਰਥ ਹੈ ਬਹੁਤੀ, ਜਾਂ ਅਪਾਰ ਦਾ ਅਰਥ ਹੈ ਪਾਰਾਵਾਰ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਔਰ ਉਹ ਪ੍ਰੇਮ ਦੀ ਬੋਲੀ ਨੂੰ, ਪ੍ਰੇਮ ਦੀ ਭਾਸ਼ਾ ਨੂੰ ਹੀ ਪ੍ਰਵਾਨ ਕਰਦਾ ਹੈ। ਜਿਵੇਂ ਕੋਈ ਛੋਟਾ ਬੱਚਾ ਜਦੋਂ ਥੋੜ੍ਹਾ ਥੋੜ੍ਹਾ ਬੋਲਣਾ ਸਿੱਖਦਾ ਹੈ, ਉਹ ਤੋਤਲਾ ਬੋਲਦਾ ਹੈ, ਪੂਰਾ ਸਪਸ਼ਟ ਵੀ ਨਹੀਂ ਬੋਲ ਸਕਦਾ, ਪਰ ਜਦੋਂ ਉਹ ਪ੍ਰੇਮ ਦੇ ਨਾਲ ਕੁਝ ਵੀ ਬੋਲਦਾ ਹੈ, ਉਹਦੀ ਬੋਲੀ ਸਾਰਿਆਂ ਨੂੰ ਹੀ ਚੰਗੀ ਲੱਗਦੀ ਹੈ। ਮਾਤਾ ਪਿਤਾ ਵੀ ਖੁਸ਼ ਹੁੰਦੇ ਨੇ, ਭੈਣ ਭਰਾ ਵੀ ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਪ੍ਰੇਮ ਦੀ ਭਾਸ਼ਾ ਦੇ ਵਿੱਚ ਕਿਸੇ ਵੀ ਨਾਮ ਦੇ ਨਾਲ ਜਦੋਂ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁਕਾਰਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ। ਪ੍ਰੇਮ ਦੀ ਬੋਲੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਕਲਗੀਧਰ ਪਾਤਸ਼ਾਹ ਨੇ ਇਸੇ ਲਈ ਆਖਿਆ ਹੈ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਖ ਧਿਆਨ ਲਗਾਇਓ, ਨਾਥ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗੁਆਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ,
साज कहो सुन लेहो सबै, जिन प्रेम कियो तिन ही प्रभ पायो। प्रेम ਦੀ ਭਾਸ਼ਾ, ਪ੍ਰੇਮ ਦੀ ਬੋਲੀ ਨੂੰ ਹੀ ਵਾਹਿਗੁਰੂ ਪਰਮੇਸ਼ਰ ਪਾਈ ਸੁਣਦੇ। ਪ੍ਰੇਮ ਦੇ ਨਾਲ ਕੋਈ ਵੀ ਨਾਮ ਲੈ ਕੇ ਉਸ ਨੂੰ ਪੁਕਾਰੋ, ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਮਹਾਂਪੁਰਖ ਸਮਝਣ ਦੇ ਲਈ ਇੱਕ ਬੜੀ ਸੁੰਦਰ ਸਾਖੀ ਵੀ ਸਰਵਣ ਕਰਾਉਂਦੇ ਸਨ। ਇਹ ਕੋਈ ਬਿਲਕੁਲ ਅਨਪੜ੍ਹ ਆਦਮੀ, ਉਹਦੇ ਮਨ ਦੇ ਵਿੱਚ ਇੱਕ ਖਿਆਲ ਪੈਦਾ ਹੋਇਆ ਕਿ ਮੈਂ ਵੀ ਵਾਹਿਗੁਰੂ ਦੀ ਭਗਤੀ ਕਰਾਂ, ਆਪਣਾ ਜੀਵਨ ਸਵਾਰ ਲਵਾਂ। ਉਹ ਕਿਸੇ ਮਹਾਂਪੁਰਖ ਦੇ ਕੋਲ ਚਲਿਆ ਗਿਆ, ਕਿਸੇ ਸਾਧੂ ਮਹਾਤਮਾ ਦੇ ਕੋਲ ਚਲਿਆ ਗਿਆ ਤੇ ਜਾ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਅੱਗੋਂ ਉਹ ਜਿਹੜੇ ਮਹਾਤਮਾ ਸਨ, ਦਰਵੇਸ਼ ਸਨ, ਉਹ ਸਰਗੁਣ ਦੇ ਉਪਾਸ਼ਕ ਸਨ। ਉਹਨਾਂ ਨੇ ਆਖਿਆ, ਤੂੰ ਸਰਗੁਣ ਸਰੂਪ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਵਾਹਿਗੁਰੂ ਦੇ ਦੋ ਰੂਪ ਹਨ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਸਰਗੁਣ ਉਹ ਹੈ ਜੋ ਕਿਸੇ ਖਾਸ ਕਾਰਨ ਕਰਕੇ ਅਕਾਲ ਪੁਰਖ ਨੇ ਅਵਤਾਰ ਧਾਰਨ ਕੀਤਾ, ਉਸ ਨੂੰ ਸਰਗੁਣ ਸਰੂਪ ਕਹਿੰਦੇ ਨੇ। ਜਿਵੇਂ ਸਾਡੇ ਸਿੱਖਾਂ ਦਾ ਇਹ ਵਿਸ਼ਵਾਸ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਨਿਰੰਕਾਰ ਦਾ ਹੀ ਸਰੂਪ ਹਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਈ ਗੁਰਸਿੱਖ ਮਾਈ ਭਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਧਿਆਨ ਕਰਦੇ ਹਨ। ਅੱਗੇ 10 ਜਾਮੇ ਸਤਿਗੁਰੂ ਨੇ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਜਿਹੜੇ 10 ਜਾਮੇ ਸਤਿਗੁਰੂ ਦੇ ਧਾਰਨ ਕੀਤੇ, ਇਹ ਸਰਗੁਣ ਸਰੂਪ ਨੇ। ਹੁਣ ਉਹ ਮਹਾਤਮਾ ਸਰਗੁਣ ਦੇ ਉਪਾਸ਼ਕ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਤਨੇ ਵੀ ਸਾਧੂ ਮਹਾਤਮਾ ਰਿਸ਼ੀ ਮੁਨੀ ਸਨ, ਔਰ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਕੁਝ ਇਸ ਤਰ੍ਹਾਂ ਦਾ ਚਿਤਰਿਆ ਹੋਇਆ ਸੀ ਬਈ ਉਸ ਦੀਆਂ 4 ਬਾਹਾਂ ਨੇ, ਸਿਰ ਉੱਤੇ ਸੋਨੇ ਦਾ ਤਾਜ ਹੈ, ਬੈਜੰਤੀ ਮਾਲਾ ਗਲ ਦੇ ਵਿੱਚ ਪਹਿਨੀ ਹੋਈ ਹੈ ਅਤੇ ਪੀਲੇ ਰੰਗ ਦੇ ਬਸਤਰ ਪਹਿਨੇ ਹੋਏ ਨੇ। ਚਿਹਰੇ ਤੇ ਬੜਾ ਜਾਹੋ ਜਲਾਲ ਹੈ। ਔਰ ਉਸ ਮਹਾਤਮਾ ਨੇ ਉਸ ਆਪਣੇ ਸ਼ਾਗਿਰਦ ਨੂੰ, ਆਪਣੇ ਸ਼ਰਧਾਲੂ ਨੂੰ ਇਹ ਆਖਿਆ ਬਈ ਤੂੰ ਸਰਗੁਣ ਸਰੂਪ ਦਾ ਧਿਆਨ ਧਰਿਆ ਕਰ ਤੇ ਨਾਲ ਹੀ ਉਸ ਦਾ ਨਾਮ ਜਪਿਆ ਕਰ। ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ ਕਿ ਉਸ ਵਾਹਿਗੁਰੂ ਦਾ ਸਰਗੁਣ ਸਰੂਪ ਕਿਹੋ ਜਿਹਾ ਹੈ। ਤਾਂ ਉਸਨੇ ਸ਼ਬਦਾਂ ਦੁਆਰਾ ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਾ, ਉਸ ਦਾ ਸਿਆਮ ਰੰਗ ਹੈ, ਪੀਲੇ ਬਸਤਰ ਨੇ, ਸਿਰ ਉੱਤੇ ਮੋਰ ਮੁਕਟ ਹੈ ਅਤੇ ਨਾਲ ਹੀ ਗਲ ਦੇ ਵਿੱਚ ਬੜੀ ਸੁੰਦਰ ਮਾਲਾ ਪਹਿਨੀ ਹੋਈ ਹੈ ਤੇ ਉਸ ਦੇ ਲੱਕ ਦੇ ਆਲੇ ਦੁਆਲੇ ਆੜਬੰਦ ਵੀ ਲਪੇਟਿਆ ਹੋਇਆ ਹੈ। ਉਹ ਜਦੋਂ ਸਾਰਾ ਕੁਝ ਦੱਸੀ ਗਿਆ ਵੀ ਤੂੰ ਇਸ ਸਰੂਪ ਦਾ ਧਿਆਨ ਧਾਰਨ ਕਰਨਾ ਹੈ, ਤੇ ਜਿਹੜਾ ਅੱਗੇ ਸ਼ਾਗਿਰਦ ਸੀ, ਜਗਿਆਸੂ ਸੀ, ਉਹ ਵਿਚਾਰਾ ਸਥੂਲ ਬੁੱਧੀ ਵਾਲਾ ਸੀ, ਮੋਟੇ ਦਿਮਾਗ ਦਾ ਸੀ। ਉਹਨੂੰ ਹੋਰ ਤੇ ਸਾਰੀਆਂ ਗੱਲਾਂ ਭੁੱਲ ਗਈਆਂ, ਇੱਕੋ ਹੀ ਗੱਲ ਉਸ ਨੂੰ ਯਾਦ ਰਹੀ ਵੀ ਉਹਦੇ ਲੱਕ ਦੇ ਆਲੇ ਦੁਆਲੇ ਆੜਬੰਦ ਲਪੇਟਿਆ ਹੋਇਆ। ਆੜਬੰਦ ਕਹਿੰਦੇ ਨੇ ਕਮਰ ਕੱਸੇ ਨੂੰ, ਵੀ ਉਸਨੇ ਕਮਰ ਕੱਸਾ ਲੱਕ ਦੇ ਆਲੇ ਦੁਆਲੇ ਬੰਨਿਆ ਹੋਇਆ। ਹੁਣ ਉਹਨੂੰ ਆੜਬੰਦ ਇਹ ਲਫ਼ਜ਼ ਯਾਦ ਰਹਿ ਗਿਆ ਤੇ ਜਦੋਂ ਉਸਨੇ ਉਪਦੇਸ਼ ਲਿਆ ਤੇ ਜਾ ਕੇ ਇਕਾਂਤ ਵਿੱਚ ਬੈਠ ਕੇ, ਹੋਰ ਤੇ ਉਸਨੂੰ ਕੁਝ ਵੀ ਯਾਦ ਨਹੀਂ ਸੀ, ਕੇਵਲ ਆੜਬੰਦ ਆੜਬੰਦ ਇਸ ਤਰ੍ਹਾਂ ਉਸਨੇ ਜਪਣਾ ਸ਼ੁਰੂ ਕਰ ਦਿੱਤਾ। ਔਰ ਕਹਿੰਦੇ ਨੇ ਜਦੋਂ ਕਾਫੀ ਦੇਰ ਉਸ ਨੂੰ ਜਪਦਿਆਂ ਜਪਦਿਆਂ ਹੋ ਗਈ
ਉਹਦਾ ਮਨ ਇੰਨਾ ਇਕਾਗਰ ਹੋਇਆ, ਇੰਨਾ ਸ਼ਾਂਤ ਹੋਇਆ, ਪਰ ਹਾਲੇ ਉਸ ਨੂੰ ਦੀਦਾਰ ਨਾ ਹੋਏ। ਆਖਿਰ ਮਨ ਕੁਛ ਕਾਹਲਾ ਵੀ ਪੈ ਜਾਂਦਾ। ਉਧਰ ਵਿਸ਼ਨੂੰ ਭਗਵਾਨ, ਜਿਸ ਨੂੰ ਸਰਗੁਣ ਰੂਪ ਦੇ ਵਿੱਚ ਪੁਰਾਣੇ ਰਿਸ਼ੀ ਮੁਨੀ ਯਾਦ ਕਰਦੇ ਸਨ, ਉਹਨੇ ਸੋਚਿਆ ਵੀ ਇਹ ਯਾਦ ਤੇ ਮੈਨੂੰ ਕਰ ਰਿਹਾ ਹੈ, ਮੈਨੂੰ ਉਸ ਦੇ ਪਾਸ ਜਾਣਾ ਚਾਹੀਦਾ। ਤੇ ਉਸਨੇ ਨਾਲ ਹੀ ਲక్ష్ਮੀ ਨੂੰ ਆਖਿਆ, ਲక్ష్ਮੀ ਉਹਦੀ ਸ਼ਕਤੀ ਹੈ, ਉਹਦੀ ਘਰਵਾਲੀ ਹੈ। ਵਿਸ਼ਨੂੰ ਕਹਿਣ ਲੱਗਾ ਕਿ ਲక్ష్ਮੀ, ਇੱਕ ਮੇਰਾ ਨਵਾਂ ਹੀ ਭਗਤ ਪ੍ਰਗਟ ਹੋਇਆ ਔਰ ਉਸਨੇ ਮੇਰਾ ਨਵਾਂ ਹੀ ਨਾਂ ਰੱਖਿਆ ਹੈ। ਲక్ష్ਮੀ ਕਹਿਣ ਲੱਗੀ, ਉਹ ਕੌਣ ਹੈ? ਤਾਂ ਉਸਨੇ ਆਖਿਆ ਵੀ ਬਿਲਕੁਲ ਸਾਧਾਰਨ ਤੇ ਭੋਲਾ ਭਾਲਾ ਉਹ ਵਿਅਕਤੀ ਹੈ। ਤੇ ਫਿਰ ਉਹ ਕਿਹੜਾ ਨਾਮ ਤੁਹਾਡਾ ਨਵਾਂ ਜਪ ਰਿਹਾ ਹੈ? ਤਾਂ ਵਿਸ਼ਨੂੰ ਹੱਸ ਕੇ ਕਹਿਣ ਲੱਗਾ, ਜਿਹੜਾ ਕਿਸੇ ਨੇ ਵੀ ਹੁਣ ਤੱਕ ਨਾਮ ਨਹੀਂ ਸੀ ਜਪਿਆ, ਉਹ ਹੁਣ ਨਾਮ ਜਪ ਰਿਹਾ ਹੈ। ਆੜ ਬੰਦ ਇਹੀ ਉਹਦੇ ਲਈ ਇੱਕ ਨਾਮ, ਇੱਕ ਮੰਤਰ ਬਣ ਗਿਆ। ਲక్ష్ਮੀ ਕਹਿਣ ਲੱਗੀ, ਅੱਛਾ ਜੇ ਉਹ ਸੱਚਾ ਭਗਤ ਹੈ ਤੇ ਮੈਂ ਜਾ ਕੇ ਉਸ ਦੀ ਪ੍ਰੀਖਿਆ ਕਰਾਂਗੀ, ਤੁਸੀਂ ਬਾਅਦ ਵਿੱਚ ਉਸ ਨੂੰ ਜਾ ਕੇ ਮਿਲਣਾ। ਵਿਸ਼ਨੂੰ ਕਹਿਣ ਲੱਗਾ, ਠੀਕ ਹੈ। ਦੋਵੇਂ ਜਾਣੇ ਚੱਲ ਪਏ। ਰਸਤੇ ਵਿੱਚ ਇੱਕ ਢੱਠਾ ਜਿਹਾ ਖੂਹ ਸੀ, ਜਿਸ ਦੇ ਵਿੱਚ ਪਾਣੀ ਤੇ ਹੈ ਨਹੀਂ ਸੀ। ਵਿਸ਼ਨੂੰ ਕਹਿਣ ਲੱਗਾ, ਮੈਂ ਇੱਥੇ ਲੁਕ ਜਾਣਾ ਹਾਂ, ਬੈਠ ਜਾਣਾ ਹਾਂ, ਤੇ ਤੂੰ ਜਾ ਕੇ ਮੇਰੇ ਭਗਤ ਦੀ ਪਰਖ ਕਰ। ਲక్ష్ਮੀ ਉਸ ਭਗਤ ਕੋਲ ਚਲੀ ਗਈ ਤੇ ਜਾ ਕੇ ਉਸ ਨੂੰ ਪੁੱਛਣ ਲੱਗੀ। ਉਹ ਆੜ ਬੰਦ ਜਪ ਰਿਹਾ ਸੀ। ਕਹਿਣ ਲੱਗੀ, ਤੂੰ ਕਿਸ ਦਾ ਨਾਮ ਲੈ ਰਿਹਾ ਹੈ? ਉਸਨੇ ਭੋਲੇ ਪਾ ਕਹਿ ਦਿੱਤਾ, ਤੇਰੇ ਖਸਮ ਦਾ ਮੈਂ ਨਾਂ ਲੈ ਰਿਹਾ ਹਾਂ। ਜਦੋਂ ਇੰਨੀ ਗੱਲ ਸੁਣੀ, ਲక్ష్ਮੀ ਬਹੁਤ ਹੈਰਾਨ ਹੋਈ, ਕਿਉਂਕਿ ਉਹਦਾ ਖਸਮ ਉਹਦਾ ਪਤੀ ਵਿਸ਼ਨੂੰ ਦੇਵਤਾ ਸੀ, ਜਿਹਨੂੰ ਉਹ ਯਾਦ ਕਰ ਰਿਹਾ ਸੀ। ਕਹਿਣ ਲੱਗੀ, ਤੇ ਭਗਤ ਸੱਚਮੁੱਚ ਹੀ ਅੰਤਰਜਾਮੀ ਹੈ। ਫਿਰ ਪੁੱਛਣ ਲੱਗੀ, ਉਹ ਹੈ ਕਿੱਥੇ? ਤੇ ਉਹਨੇ ਸੁਭਾਵਕ ਕਹਿ ਦਿੱਤਾ, ਢੱਠੇ ਖੂਹ ਦੇ ਵਿੱਚ। ਉਹ ਉੱਥੇ ਲੁਕਿਆ ਬੈਠਾ ਸੀ। ਹੁਣ ਕਿਹਾ ਤੇ ਚਾਹੇ ਕਿਸੇ ਵੀ ਖਿਆਲ ਦੇ ਵਿੱਚ ਸੀ, ਪਰ ਉਹਨੇ ਪਿਆਰ ਦੇ ਵਿੱਚ ਉਸੇ ਹੀ ਨਾਮ ਦੇ ਨਾਲ ਉਸ ਨੂੰ ਯਾਦ ਕੀਤਾ। ਤੇ ਕਹਿੰਦੇ ਨੇ ਵਿਸ਼ਨੂੰ ਇਸ ਦੇ ਪਾਸ ਆਪ ਚੱਲ ਕੇ ਆਇਆ ਤੇ ਉਹਨੂੰ ਦਰਸ਼ਨ ਦਿੱਤੇ, ਤੇ ਨਾਲ ਹੀ ਜੋ ਇਹਦੀ ਇੱਛਾ ਸੀ, ਆਸ ਮੁਰਾਦ ਸੀ, ਉਹ ਵੀ ਪੂਰੀ ਕਰ ਦਿੱਤੀ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦੀ ਅਸਲੀ ਬੋਲੀ ਪ੍ਰੇਮ ਹੀ ਹੈ। ਤੇ ਤੁਸੀਂ ਪ੍ਰੇਮ ਦੇ ਨਾਲ ਕਿਸੇ ਵੀ ਸ਼ਬਦ ਦੁਆਰਾ ਉਸ ਨੂੰ ਯਾਦ ਕਰ ਲਓ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਭਾਈ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਉਸ ਦਾ ਨਾਮ ਵੀ ਸੱਚਾ ਹੈ। ਭਾਖਿਆ ਪਾਓ ਅਪਾਰ, ਤੇ ਪ੍ਰੇਮ ਹੀ ਉਸ ਦੀ ਸਭ ਤੋਂ ਮਨਪਸੰਦ ਭਾਸ਼ਾ ਹੈ, ਬੋਲੀ ਹੈ। ਉਹ ਪ੍ਰੇਮ ਦੇ ਨਾਲ ਕੋਈ ਵੀ ਨਾਮ ਲੈ ਕੇ ਉਸ ਨੂੰ ਪੁਕਾਰੇ, ਉਹ ਉਸ ਨੂੰ ਚੰਗਾ ਲੱਗਦਾ ਹੈ ਔਰ ਉਹ ਉਸ ਨੂੰ ਪ੍ਰਵਾਨ ਕਰ ਲੈਂਦਾ ਹੈ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਜਿਵੇਂ ਲੋਕ ਰਾਜਿਆਂ ਕੋਲੋਂ, ਪਾਤਸ਼ਾਹਾਂ ਕੋਲੋਂ ਕੁਝ ਨਾ ਕੁਝ ਮੰਗਦੇ ਵੀ ਹਨ, ਤੇ ਮੰਗਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਵਡਿਆਈ, ਪ੍ਰਸ਼ੰਸਾ ਵੀ ਕਰਨੀ ਪੈਂਦੀ ਹੈ। ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਸੱਚਾ ਪਾਤਸ਼ਾਹ ਹੈ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਆਖਾਂ ਹੈ ਜਿੰਨੇ ਵੀ ਜੀਵ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਆਖਦੇ ਨੇ। ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਦੇ ਨਾਲ ਵਾਹਿਗੁਰੂ ਦੀ ਸਿਫਤ ਕਰ ਰਿਹਾ ਹੈ। ਅੱਗੇ ਸੋਦਰ ਦੀ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੱਸਿਆ ਹੈ ਕਿਵੇਂ ਕਿਵੇਂ ਰਿਸ਼ੀ ਮੁਨੀ, ਅਵਤਾਰ, ਪੀਰ, ਪੈਗੰਬਰ, ਪੌਣ ਪਾਣੀ ਆਦਿਕ ਤਤ ਸਾਰੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਗਾਵਹਿ ਤੋਹਨੋਂ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਹਜ਼ੂਰ ਕਹਿੰਦੇ ਆਖਾਂ ਹੈ
ਇਸ ਢੰਗ ਦੇ ਨਾਲ ਸਾਰੇ ਹੀ ਜੀਵ, ਰਿਸ਼ੀ, ਮੁਨੀ, ਮਹਾਂਪੁਰਖ ਆਪੋ ਆਪਣੇ ਢੰਗ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ ਮੰਗਾ ਹੈ, ਤੇ ਫਿਰ ਉਹਦੇ ਕੋਲੋਂ ਮੰਗਦੇ ਵੀ ਹਨ। ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁਤ ਦੇਹ। ਕੋਈ ਮਾਣ ਸਤਕਾਰ ਮੰਗਦਾ ਹੈ, ਕੋਈ ਤਾਣ ਬਲ ਮੰਗਦਾ ਹੈ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁਤ ਦੇਹ। ਕੋਈ ਧਨ ਮੰਗਦਾ ਹੈ, ਕੋਈ ਲక్ష్ਮੀ ਮਾਇਆ ਮੰਗਦਾ ਹੈ, ਤੇ ਕੋਈ ਪੁੱਤਰ ਦੀ ਯਾਚਨਾ ਕਰਦਾ ਹੈ। ਪਰਮੇਸ਼ਰ ਦੇ ਪਾਸੋਂ ਹਰ ਕੋਈ ਆਦਮੀ ਮੰਗਦਾ ਹੀ ਮੰਗਦਾ ਹੈ। ਉਸ ਵਾਹਿਗੁਰੂ ਦੇ ਦਰ ਦੇ ਸਾਰੇ ਹੀ ਭਿਖਾਰੀ ਨੇ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਕੋਈ ਰਾਜਾ ਹੈ, ਚਾਹੇ ਕੰਗਾਲ ਹੈ। ਵਾਹਿਗੁਰੂ ਦੇ ਦਰ ਦੇ ਤਾਂ ਸਾਰੇ ਹੀ ਭਿਖਾਰੀ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਦਾਤਾ ਇੱਕੋ ਹੀ ਹੈ ਤੇ ਮੰਗਤੇ ਭਿਖਾਰੀ ਅਨੇਕਾਂ ਨੇ। ਆਖਿਆ ਹੈ ਮੰਗਿਆ ਹੈ ਦੇਹ ਦੇਹ। ਹਜ਼ੂਰ ਕਹਿੰਦੇ ਨੇ ਜੀਵ ਉਸ ਵਾਹਿਗੁਰੂ ਦੀ ਪਹਿਲਾਂ ਮਹਿਮਾ ਵਡਿਆਈ ਆਖਦੇ ਨੇ, ਫਿਰ ਉਹਦੇ ਕੋਲੋਂ ਮੰਗਦੇ ਨੇ ਦੇਹ ਦੇਹ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਨੂੰ ਸਾਨੂੰ ਆਹ ਚੀਜ਼ ਦੇ, ਆਓ ਦੇ, ਕਿਉਂਕਿ ਮੰਗ ਵੱਖੋ ਵੱਖਰੀ ਹੁੰਦੀ ਹੈ। ਦਾਤ ਕਰੇ ਦਾਤਾਰ, ਫਿਰ ਉਹ ਦਾਤਾਂ ਬਖਸ਼ਣ ਵਾਲਾ ਦਾਤਾ ਆਪਣੀ ਇੱਛਾ ਅਨੁਸਾਰ ਤੇ ਬਾਕੀ ਜੋ ਜੋ ਕਿਸੇ ਦੀ ਭਾਵਨਾ ਹੁੰਦੀ ਹੈ ਉਹ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਜੋ ਵੀ ਅਸੀਂ ਮੰਗਦੇ ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਦਿੰਦਾ ਹੈ। ਜਿਨ੍ਹਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹ ਤੇ ਬਿਨਾਂ ਮੰਗਿਆਂ ਵੀ ਉਹਨੇ ਸਾਨੂੰ ਦਿੱਤੀਆਂ ਨੇ, ਤੇ ਬਾਕੀ ਜੇ ਕਿਸੇ ਵਸਤੂ ਦੀ ਸਾਨੂੰ ਵਧੇਰੇ ਹੋਰ ਵੀ ਲੋੜ ਹੋਵੇ ਤੇ ਸਾਰੇ ਹੀ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮੰਗਦੇ ਹਨ, ਤੇ ਮੰਗਣਾ ਵੀ ਉਸੇ ਪਾਸੋਂ ਚਾਹੀਦਾ, ਕਿਉਂਕਿ ਦਾਤਾ ਹੀ ਉਹੀ ਹੈ। ਅੱਗੇ ਚੱਲ ਕੇ ਹਜ਼ੂਰ ਨੇ ਲਿਖਿਆ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ, ਸਾਨੂੰ ਉਹਦੇ ਕੋਲੋਂ ਹੀ ਮੰਗਣਾ ਚਾਹੀਦਾ। ਜਦੋਂ ਅਸੀਂ ਦਾਤੇ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗਦੇ ਹਾਂ, ਇਹ ਸਾਡੇ ਲਈ ਬੁਰੀ ਗੱਲ ਹੈ। ਪੁੱਤਰ ਦਾ ਹੱਕ ਹੈ ਆਪਣੇ ਪਿਤਾ ਕੋਲੋਂ ਜੋ ਵੀ ਮੰਗਣਾ ਮੰਗੇ। ਪੁੱਤਰ ਦਾ ਹੱਕ ਪਿਤਾ ਕੋਲੋਂ ਮੰਗਣ ਦਾ ਹੁੰਦਾ ਹੈ। ਜੇ ਪੁੱਤਰ ਪਿਤਾ ਨੂੰ ਛੱਡ ਕੇ ਹੋਰ ਰਿਸ਼ਤੇਦਾਰਾਂ ਕੋਲੋਂ ਜਾ ਕੇ ਕੁਝ ਮੰਗਣਾ ਚਾਹੇ ਤੇ ਪਿਤਾ ਦੇ ਮਨ ਵਿੱਚ ਨਾਰਾਜ਼ਗੀ ਹੋ ਜਾਂਦੀ ਹੈ। ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਕਿਸੇ ਪਾਸੋਂ ਕੁਝ ਵੀ ਨਹੀਂ ਮੰਗਣਾ। ਚਾਹੇ ਸੰਸਾਰਕ ਇੱਛਾ ਹੈ, ਚਾਹੇ ਕੋਈ ਪਰਮਾਰਥਕ ਇੱਛਾ ਹੈ, ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਹੀ ਮੰਗਣਾ ਹੈ। ਆਖਿਆ ਹੈ ਮੰਗਾ ਹੈ ਦੇਹ ਦੇਹ, ਕਿਉਂਕਿ ਸਾਰੇ ਜੀਵ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਆਖਦੇ ਨੇ, ਫਿਰ ਉਹਦੇ ਕੋਲੋਂ ਮੰਗਦੇ ਨੇ, ਤੇ ਨਾਲ ਇਹ ਵੀ ਕਹਿੰਦੇ ਨੇ, ਹੇ ਵਾਹਿਗੁਰੂ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਦੇ। ਦੂਸਰਾ ਕਹਿੰਦਾ ਮੈਨੂੰ ਆਹ ਦੇ। ਦਾਤ ਕਰੇ ਦਾਤਾਰ, ਉਹ ਦਾਤਾਂ ਬਖਸ਼ਣ ਵਾਲਾ ਦਾਤਾ ਭਾਈ ਸਾਹਿਬ ਨੂੰ ਦਾਤਾਂ ਬਖਸ਼ਿਸ਼ ਕਰ ਰਿਹਾ ਹੈ। ਆਪਣੀ ਇੱਛਾ ਅਨੁਸਾਰ ਜੋ ਮੰਗਾ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਸ ਵਾਹਿਗੁਰੂ ਦੇ ਦਰ ਦੇ ਭਿਖਾਰੀ ਸਾਰੇ ਹੀ ਨੇ। ਮਹਾਂਪੁਰਖ ਉਸ ਵਾਹਿਗੁਰੂ ਦੀ ਦਾਤਾਰਗੀ ਦੇ ਸੰਬੰਧ ਵਿੱਚ ਇੱਕ ਬਹੁਤ ਸੁੰਦਰ ਸਾਖੀ ਸਰਵਣ ਕਰਵਾਉਂਦੇ ਸਨ। ਦਿੱਲੀ ਦਾ ਬਾਦਸ਼ਾਹ ਅਕਬਰ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਗਿਆ, ਨਾਲ ਦੇ ਸਾਥੀ ਵਿਛੜ ਗਏ। ਅਕਬਰ ਬਾਦਸ਼ਾਹ ਬਿਲਕੁਲ ਇਕੱਲਾ ਹੀ ਰਹਿ ਗਿਆ। ਉਸ ਨੂੰ ਬੜੀ ਪਿਆਸ ਲੱਗੀ। ਉਸਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ, ਕਿੱਥੇ ਜਾਵਾਂ। ਆਖਰ ਉਸਨੇ ਆਪਣੇ ਘੋੜੇ ਦਾ ਰੁਖ ਮੈਦਾਨੀ ਇਲਾਕੇ ਵੱਲ ਕੀਤਾ। ਕੀ ਵੇਖਿਆ ਹੈ, ਕੋਈ ਉੱਥੇ ਜੱਟ ਹਲ ਵਾਹ ਰਿਹਾ ਸੀ। ਅਕਬਰ ਬਾਦਸ਼ਾਹ ਉਸ ਜ਼ਿਮੀਂਦਾਰ ਦੇ ਕੋਲ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ, ਭਰਾਵਾ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ,
ਮੇਰੀ ਜਾਨ ਲਵਾਂ ਦੇ ਵਿੱਚ ਆ ਚੁੱਕੀ ਹੈ, ਤੂੰ ਮੇਰੇ ਤੇ ਤਰਸ ਕਰ, ਤੂੰ ਮੈਨੂੰ ਪਾਣੀ ਪਿਆ। ਉਸ ਜ਼ਿਮੀਂਦਾਰ ਦੇ ਕੋਲ ਪਾਣੀ ਦਾ ਕੂਨਾ ਭਰ ਕੇ ਰੱਖਿਆ ਹੋਇਆ ਸੀ ਤੇ ਉਸਨੇ ਬਾਦਸ਼ਾਹ ਨੂੰ ਠੰਡਾ ਜਲ ਛਕਾਇਆ। ਇੰਨੇ ਨਾਲ ਬਾਦਸ਼ਾਹ ਬੜਾ ਖੁਸ਼ ਹੋਇਆ, ਕਿਉਂਕਿ ਜਦੋਂ ਅਖੀਰਲੇ ਸਵਾਸਾਂ ਤੇ ਗੱਲ ਚਲੀ ਜਾਂਦੀ ਹੈ ਤੇ ਉਸ ਵੇਲੇ ਜੇ ਪਾਣੀ ਦੀ ਘੁੱਟ ਵੀ ਸਾਡੇ ਕੋਈ ਮੂੰਹ ਦੇ ਵਿੱਚ ਪਾ ਦੇਵੇ ਤੇ ਸਾਡੇ ਲਈ ਉਹੀ ਰੱਬ ਹੁੰਦਾ ਹੈ। ਹੁਣ ਬਾਦਸ਼ਾਹ ਨੂੰ ਪਿਆਸੇ ਨੂੰ ਪਾਣੀ ਮਿਲਿਆ ਔਰ ਇਹਦੀ ਜਾਨ ਸੌਖੀ ਹੋਈ, ਬੜਾ ਖੁਸ਼ ਹੋਇਆ ਤੇ ਉਸ ਜ਼ਿਮੀਂਦਾਰ ਨੂੰ ਕਹਿਣ ਲੱਗਾ, ਭਰਾਵਾ ਤੂੰ ਮੇਰਾ ਅੱਜ ਤੋਂ ਪੱਕਾ ਮਿੱਤਰ, ਆਲਾ ਮੈਂ ਤੈਨੂੰ ਇੱਕ ਨਿਸ਼ਾਨੀ ਦੇ ਰਿਹਾ ਹਾਂ। ਇੱਕ ਬੜੀ ਕੀਮਤੀ ਛਾਪ ਉਸਨੇ ਦਿੱਤੀ ਜਿਹਦੇ ਵਿੱਚ ਨਗ ਚੜਿਆ ਹੋਇਆ ਸੀ। ਕਹਿਣ ਲੱਗਾ, ਜਦੋਂ ਵੀ ਕਿਸੇ ਗੱਲ ਦੀ ਲੋੜ ਪਵੇ ਤਾਂ ਮੇਰੇ ਪਾਸ ਆ ਜਾਵੀਂ, ਕਿਉਂਕਿ ਮੈਂ ਦਿੱਲੀ ਦਾ ਬਾਦਸ਼ਾਹ ਅਕਬਰ ਹਾਂ। ਇੰਨਾ ਕਹਿ ਕੇ ਤੇ ਬਾਦਸ਼ਾਹ ਵਾਪਸ ਮੁੜਿਆ। ਨਾਲ ਦੇ ਸਾਥੀ ਵੀ ਭਾਲ ਰਹੇ ਸਨ ਤੇ ਫਿਰ ਉਹਨਾਂ ਦੇ ਨਾਲ ਮਿਲ ਕੇ ਆਪਣੇ ਦਿੱਲੀ ਲਾਲ ਕਿਲੇ ਵਿੱਚ ਪਹੁੰਚਿਆ ਔਰ ਉਸ ਜ਼ਿਮੀਂਦਾਰ ਨੇ ਆਪਣੇ ਘਰ ਜਾ ਕੇ ਗੱਲ ਕੀਤੀ ਵੀ ਬਾਦਸ਼ਾਹ ਮੇਰਾ ਪੱਕਾ ਦੋਸਤ ਬਣ ਗਏ। ਘਰ ਦੇ ਕਹਿਣ ਲੱਗੇ ਵੀ ਆਪਾਂ ਘਰੇ ਲੜਕੀ ਦੀ ਸ਼ਾਦੀ ਕਰਨੀ ਹੈ ਤੇ ਆਪਾਂ ਨੂੰ ਦਾਜ ਦਹੇਜ ਦੀ ਲੋੜ ਪੈਣੀ ਹੈ, ਇਸ ਲਈ ਬਾਦਸ਼ਾਹ ਤੇਰਾ ਮਿੱਤਰ ਹੈ, ਤੂੰ ਉਹਦੇ ਕੋਲੋਂ ਜਾ ਕੇ ਕੁਛ ਮਾਇਆ ਕੁਛ ਦੌਲਤ ਮੰਗ ਲਿਆ ਤਾਂ ਕਿ ਇਹ ਕਾਰਜ ਸੌਖਾ ਹੋ ਜਾਵੇ। ਇਹ ਕਹਿਣ ਲੱਗਾ, ਚਲੋ ਮੈਂ ਦੇਖਦਾ ਹਾਂ। ਇੰਨਾ ਕਹਿ ਕੇ ਇਹ ਦਿੱਲੀ ਵੱਲ ਚੱਲ ਪਿਆ। ਕੁਦਰਤੀ ਜਿਸ ਦਿਨ ਇਹ ਜ਼ਿਮੀਂਦਾਰ ਦਿੱਲੀ ਵੱਲ ਆ ਰਿਹਾ ਸੀ, ਉਸ ਦਿਨ ਜੁਮੇ ਦਾ ਦਿਨ ਸੀ। ਮੁਸਲਮਾਨ ਲੋਕ ਸਾਰੇ ਇਕੱਠੇ ਹੋ ਕੇ ਉਸ ਦਿਨ ਨਮਾਜ਼ ਪੜ੍ਹਦੇ ਨੇ ਤੇ ਬਾਦਸ਼ਾਹ ਵੀ ਸ਼ਾਹੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਪੁੱਜਿਆ ਹੋਇਆ ਸੀ ਔਰ ਇਸ ਜ਼ਿਮੀਂਦਾਰ ਨੇ ਪਤਾ ਕੀਤਾ ਵੀ ਬਾਦਸ਼ਾਹ ਕਿੱਥੇ ਹੈ ਤਾਂ ਅੱਗੋਂ ਜਵਾਬ ਮਿਲਿਆ ਵੀ ਬਾਦਸ਼ਾਹ ਇਸ ਵੇਲੇ ਸ਼ਾਹੀ ਮਸਜਿਦ ਦੇ ਵਿੱਚ ਜਾਮਾ ਮਸਜਿਦ ਦੇ ਅੰਦਰ ਨਮਾਜ਼ ਪੜ੍ਹ ਰਿਹਾ ਹੈ। ਤਾਂ ਉਸ ਵੇਲੇ ਉਹ ਜ਼ਿਮੀਂਦਾਰ ਉੱਥੇ ਚਲਿਆ ਗਿਆ, ਬਾਦਸ਼ਾਹ ਦੀ ਨਿਸ਼ਾਨੀ ਮੁੰਦਰੀ ਦਿਖਾ ਕੇ ਐਨ ਬਾਦਸ਼ਾਹ ਦੇ ਕਰੀਬ ਪਹੁੰਚ ਗਿਆ। ਬਾਦਸ਼ਾਹ ਨਮਾਜ਼ ਪੜ੍ਹਨ ਤੋਂ ਬਾਅਦ ਦੁਆ ਕਰ ਰਿਹਾ ਸੀ। ਦੋਵੇਂ ਹੱਥ ਉਸਨੇ ਅੱਡੇ ਜਿਵੇਂ ਕੋਈ ਚੀਜ਼ ਮੰਗੀ ਦੀ ਹੈ। ਜਦੋਂ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ, ਸਜਦਾ ਕਰਦੇ ਨੇ, ਫਿਰ ਦੁਆ ਵੀ ਕਰਦੇ ਨੇ। ਦੋਵੇਂ ਹੱਥ ਅੱਡ ਕੇ ਖੁਦਾ ਤੋਂ ਕੁਛ ਮੰਗਦੇ ਨੇ। ਹੁਣ ਇਹ ਬਾਦਸ਼ਾਹ ਵੀ ਦੁਆ ਕਰ ਰਿਹਾ ਸੀ। ਇਸ ਦੀ ਸਾਰੀ ਹਰਕਤ ਨੂੰ ਵੇਖ ਕੇ ਉਸ ਜ਼ਿਮੀਂਦਾਰ ਦੇ ਮਨ ਦੇ ਵਿੱਚ ਅਜੀਬ ਅਜੀਬ ਖਿਆਲ ਪੈਦਾ ਹੋ ਰਹੇ ਨੇ। ਉਹ ਕਹਿਣ ਲੱਗਾ, ਇਹ ਤੇ ਆਖਦਾ ਸੀ ਕਿ ਮੈਂ ਬਾਦਸ਼ਾਹ ਹਾਂ, ਜਿਹੜੀ ਚੀਜ਼ ਦੀ ਲੋੜ ਹੋਵੇ ਮੇਰੇ ਪਾਸੋਂ ਆ ਕੇ ਲੈ ਜਾਵੀਂ, ਪਰ ਮੈਂ ਹੈਰਾਨ ਹਾਂ ਵੀ ਇਹ ਕਿਹਦੇ ਮੂਹਰੇ ਹੱਥ ਅੱਡੀ ਜਾ ਰਿਹਾ ਹੈ, ਇਹ ਕਿਹਦੇ ਕੋਲੋਂ ਮੰਗ ਰਿਹਾ ਹੈ। ਜਦੋਂ ਇਹ ਗੱਲ ਆਪਣੇ ਮਨ ਹੀ ਮਨ ਦੇ ਵਿੱਚ ਸੋਚੀ ਜਾ ਰਿਹਾ ਸੀ, ਉਸ ਵੇਲੇ ਤੱਕ ਨਮਾਜ਼ ਪੂਰੀ ਹੋਈ। ਬਾਦਸ਼ਾਹ ਨੂੰ ਦੱਸਿਆ ਗਿਆ ਬਈ ਤੇਰਾ ਕੋਈ ਦੋਸਤ ਆਇਆ ਤੈਨੂੰ ਮਿਲਣ ਵਾਸਤੇ।